ਸਮੇਲ ਪੋਡਕਾਸਟ ਦੀ ਲੜੀ ਨੰਬਰ 18 ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ ਅਤੇ ਮੇਰੇ ਵੱਲੋਂ ਸਾਰੇ ਹੀ ਦਰਸ਼ਕਾਂ ਨੂੰ ਅਦਬ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਅੱਜ ਦਾ ਪ੍ਰੋਗਰਾਮ ਦੋਸਤੋ ਮੰਨੇ ਪ੍ਰਮੰਨੇ ਕਹਾਣੀਕਾਰ ਕੁਲਵੰਤ ਵਿਰਕ ਜੀ ਨੂੰ ਸਮਰਪਿਤ ਹੈ। ਸੋ ਜਿਸ ਤਰ੍ਹਾਂ ਸਾਡੇ ਪੰਜਾਬੀ ਪਾਠਕ ਜਾਣਦੇ ਹੀ ਨੇ ਕਿ ਵਿਰਕ ਸਾਹਿਬ ਦੀ ਇਹ 100ਵੀਂ ਜਨਮ ਸ਼ਤਾਬਦੀ ਹੈ। 1 ਸਾਲ ਹੋ ਗਿਆ, 100 ਸਾਲ ਹੋ ਗਿਆ ਉਹਨਾਂ ਦਾ ਜਨਮ ਹੋਇਆ ਨੂੰ। ਤਾਂ ਉਹਨਾਂ ਨੇ ਕਹਾਣੀ ਦੇ ਖੇਤਰ ਵਿੱਚ ਉਹ ਪੈੜਾਂ ਪਾਈਆਂ ਤਾਂ ਜਿਨ੍ਹਾਂ ਨੂੰ ਅਜੇ ਤੱਕ ਮਿਟਾਇਆ ਨਹੀਂ ਜਾ ਸਕਿਆ, ਤਾਂ ਜਿਨ੍ਹਾਂ ਦਾ ਸਾਨੀ ਅਜੇ ਤੱਕ ਕੋਈ ਨਹੀਂ। ਤੇ ਬੜੀ ਹੀ ਸੰਖੇਪ ਭਾਸ਼ਾ, ਬੜੀ ਹੀ ਮਿੱਠੀ ਸ਼ਬਦਾਵਲੀ, ਪੇਂਡੂ ਲਹਿਜ਼ਾ। ਸੋ ਉਹਨਾਂ ਨੇ ਕਹਾਣੀ ਨੂੰ ਪੇਂਡੂ ਜਥਾਰਤ ਦੇ ਨਾਲ ਜੋੜਿਆ, ਟੁੱਟ ਰਹੀ ਕਿਸਾਨੀ ਦੇ ਨਾਲ ਜੋੜਿਆ, ਸਾਡੀਆਂ ਜਿਹੜੀਆਂ ਪੇਂਡੂ ਸਮੱਸਿਆਵਾਂ ਨੇ ਉਹਨਾਂ ਨੂੰ ਕਹਾਣੀ ਦੇ ਵਿੱਚ ਲੈ ਕੇ ਆਂਦਾ। ਸੋ ਕੁਲਵੰਤ ਸਿੰਘ ਵਿਰਕ ਜੀ ਦਾ ਜਨਮ 20 ਮਈ 1921 ਨੂੰ ਪਾਕਿਸਤਾਨ ਵਿੱਚ ਰਹਿ ਗਏ ਸ਼ੇਖੂਪੁਰਾ ਵਿੱਚ ਹੋਇਆ। ਤੇ ਵੰਡ ਤੋਂ ਬਾਅਦ ਉਹ ਇੱਧਰ ਆ ਗਏ। ਉਹਨਾਂ ਨੇ ਕਾਫੀ ਸਾਰੀਆਂ ਜਿਹੜੀਆਂ ਮੁਸ਼ਕਿਲਾਂ ਨੇ ਉਹ ਦੇਖੀਆਂ ਤੇ ਫਿਰ ਉਹਨਾਂ ਨੇ ਜਿਹੜਾ ਕਹਾਣੀ ਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਰਚਨਾਵਾਂ ਕੀਤੀਆਂ। ਤੇ ਜੇ ਉਹਨਾਂ ਦੀਆਂ ਮੈਂ ਕਿਤਾਬਾਂ ਦਾ ਨਾਂ ਲਵਾਂ ਤਾਂ ਉਹਦੇ ਵਿੱਚ ਸ਼ਾਹ ਵੇਲਾ, ਧਰਤੀ ਤੇ ਆਕਾਸ਼, ਤੂੜੀ ਦੀ ਪੰਡ, ਏਕ ਸਕੇ ਹਮ ਵਰਕ ਤੇ ਜਿਹੜੀਆਂ ਕਹਾਣੀਆਂ ਨੇ ਪੰਜਾਬੀ ਸਾਹਿਤ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ। ਤੇ ਉਹਨਾਂ ਦੇ ਵਿੱਚ ਧਰਤੀ ਹੇਠਲਾ ਬੌਲਦ, ਖੱਬਲ, ਦੁੱਧ ਦਾ ਛੱਪੜ ਤੇ ਤੂੜੀ ਦੀ ਪੰਡ, ਸੋ ਇਹ ਉਹਨਾਂ ਦੀਆਂ ਜਿਹੜੀਆਂ ਬਹੁਤ ਹੀ ਮਸ਼ਹੂਰ ਕਹਾਣੀਆਂ ਨੇ। ਸੋ ਉਹਨਾਂ ਦੀ ਵਿਦਾਇਗੀ ਸੀ ਜਿਹੜੀ ਉਹ 24 ਦਸੰਬਰ 1987 ਨੂੰ ਹੋਈ। ਕਿੱਥੇ ਹੋਈ ਤੁਸੀਂ ਸਾਰੇ ਜਾਣਦੇ ਹੋ, ਸਾਡੇ ਇਸੇ ਸ਼ਹਿਰ ਟੋਰਾਂਟੋ ਦੇ ਵਿੱਚ, ਜਿੱਥੇ ਬੈਠਾ ਮੈਂ ਹੁਣ ਤੁਹਾਡੇ ਲਈ ਪ੍ਰੋਗਰਾਮ ਕਰ ਰਿਹਾ ਹਾਂ। ਸੋ ਇਸੇ ਸ਼ਹਿਰ ਦੇ ਵਿੱਚ ਬਰੈਂਪਟਨ ਦੇ ਵਿੱਚ ਉਹਨਾਂ ਦੀ ਜਿਹੜੀ ਵਿਦਾਇਗੀ ਆ ਹੋਈ। ਉਸ ਵਕਤ ਮੈਂ ਭਾਰਤ ਦੇ ਵਿੱਚ ਸੀ। ਸੋ ਮੈਂ ਜਦੋਂ ਟੈਲੀਵਿਜ਼ਨ 'ਤੇ ਇਹ ਖਬਰ ਦੇਖੀ ਕਿ ਵਿਰਕ ਸਾਹਿਬ ਨਹੀਂ ਰਹੇ ਤੇ ਮਨ ਹੈ ਜਿਹੜਾ ਇੱਕਦਮ ਝੰਜੋੜਿਆ ਗਿਆ। ਉਹਨਾਂ ਦੀਆਂ ਕਹਾਣੀਆਂ ਅੱਜ ਵੀ ਉਸੇ ਉਤਸ਼ਾਹ ਨਾਲ ਪੜ੍ਹੀਆਂ ਜਾਂਦੀਆਂ ਨੇ। ਸੋ ਅਸੀਂ ਉਹਨਾਂ ਦੇ ਜਿਹੜਾ ਇਹ 100 ਸਾਲਾ ਜਨਮ ਦਿਵਸ ਹੈ, ਇਹਦੇ 'ਤੇ ਸਮੁੱਚੇ ਪੰਜਾਬੀ ਸਾਹਿਤ ਨੂੰ ਜਿੱਥੇ ਮੁਬਾਰਕਬਾਦ ਦਿੰਦੇ ਹਾਂ ਔਰ ਇਹ ਮਾਣ ਵੀ ਮਹਿਸੂਸ ਕਰਦੇ ਹਾਂ ਕਿ ਇਹੋ ਜਿਹੇ ਲੇਖਕ ਕਿਸੇ ਭਾਸ਼ਾ ਦੇ ਵਿੱਚ ਕਦੀ ਕਦਾਈ ਆਉਂਦੇ ਨੇ ਤਾਂ ਜਿਹੜੀ ਇੰਨੀਆਂ ਗੂੜੀਆਂ ਪੈੜਾਂ ਪਾ ਜਾਂਦੇ ਨੇ। ਸੋ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਇੱਕ ਹੋਰ ਮਹਾਨ ਸ਼ਖਸੀਅਤ ਨੂੰ ਯਾਦ ਕਰਦੇ ਹਾਂ। ਸੋ ਉਹਨਾਂ ਦਾ ਨਾਂ ਸੀ ਡਾਕਟਰ ਰਵਿੰਦਰ ਸਿੰਘ ਰਾਵੀ। ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਉਹ ਪ੍ਰੋਫੈਸਰ ਸਨ, ਰੀਡਰ ਸਨ। ਲੇਕਿਨ ਉਹਨਾਂ ਦੀ ਜਿਹੜੀ ਵਿਚਾਰਧਾਰਾ ਸੀ ਉਹ ਮਾਰਕਸੀ ਸੀ। ਅੱਜ ਦੋਸਤੋ ਜਿਹੜਾ ਹੈਗਾ ਕਹਾਣੀ ਦੇ ਆਲੋਚਨਾ ਦੇ ਖੇਤਰ ਦੇ ਵਿੱਚ ਉਹ ਜਿਹੜਾ ਹੈਗਾ ਪਰਪੱਕਤਾ ਨਹੀਂ ਦੇਖਣ ਨੂੰ ਮਿਲ ਰਹੀ। ਉਹਦਾ ਕਾਰਨ ਇਹ ਹੈ ਕਿ ਕਈ ਵਾਰ ਜਿਹੜਾ ਆਲੋਚਕ ਹੁੰਦਾ ਹੈ ਉਹ ਕਹਾਣੀ ਦਾ ਜਿਹੜਾ ਵਿਸਥਾਰ ਹੈ ਜਾਂ ਉਹ ਸੁਣਾਉਣ ਲੱਗ ਜਾਂਦਾ ਹੈ ਜਾਂ ਲਿਖੀ ਹੋਈ ਕਹਾਣੀ ਨੂੰ ਆਪਣੇ ਤਰੀਕੇ ਨਾਲ ਪੇਸ਼ ਕਰਨ ਲੱਗ ਜਾਂਦਾ ਹੈ। ਲੇਕਿਨ ਜਿਹੜੀ ਪਹਿਲੀ ਆਲੋਚਨਾ ਸੀ, ਜਿਵੇਂ ਸੰਤ ਸਿੰਘ ਸੇਖੋਂ ਲਾ ਲਓ ਜਾਂ ਆਪਾਂ ਰਵੀ ਜੀ ਦੀ ਗੱਲ ਕਰ ਰਹੇ ਹਾਂ, ਸੋ ਇਹ ਕਿਸੇ ਸਿਧਾਂਤ 'ਤੇ ਆਧਾਰਿਤ ਹੁੰਦੀ ਸੀ। ਇਹ ਜਿਹੜੀਆਂ ਆਲੋਚਨਾ ਵਿਧੀਆਂ ਨੇ ਉਹਨਾਂ ਦੇ ਆਧਾਰਿਤ ਹੁੰਦੀ ਸੀ। ਸੋ ਇਸ ਕਰਕੇ ਜਿਹੜੇ ਗਿਣੇ ਚੁਣੇ ਆਲੋਚਕ ਸਨ ਉਹ ਪੰਜਾਬੀ ਸਾਹਿਤ ਦੇ ਵਿੱਚ ਸਨ। ਸੋ ਡਾਕਟਰ ਰਵਿੰਦਰ ਸਿੰਘ ਰਾਵੀ ਉਹਨਾਂ ਦੇ ਵਿੱਚੋਂ ਇੱਕ ਸੀ। ਲੇਕਿਨ ਜਿਹੜਾ ਉਹ ਸਮਾਂ ਸੀ, ਉਹ ਦੌਰ ਸੀਗਾ, ਉਹ ਪੰਜਾਬ ਦੇ ਵਿੱਚ ਸੰਤਾਪੇ ਦਿਨਾਂ ਦਾ ਦੌਰ ਸੀ, ਅੱਤਵਾਦ ਸੀਗਾ। ਤੋ ਜਿਹੜੀ ਵਿਚਾਰਧਾਰਾ ਉਹਨਾਂ ਨਾਲ ਮਿਲਾਪ ਨਹੀਂ ਸੀ ਖਾਂਦੀ ਜਾਂ ਮੇਲ ਨਹੀਂ ਸੀ ਖਾਂਦੀ, ਤਾਂ ਜਿਹੜੇ ਇਹ ਕੁਛ ਨੌਜਵਾਨ ਸੀ ਤੇ ਉਹ ਉਸ ਵਿਅਕਤੀ ਦੇ ਮਗਰ ਪੈ ਜਾਂਦੇ ਸੀ। ਤੇ ਇਸੇ ਤਰ੍ਹਾਂ ਰਵੀ ਜੀ ਨਾਲ ਵੀ ਹੋਇਆ। ਤਾਂ ਕਿਸੇ ਸਹਾਇਤਾ ਦਾ ਬਹਾਨਾ ਕਰਕੇ ਤੇ ਜਿਹੜੇ ਅੱਤਵਾਦੀ ਸੀ ਉਹਨਾਂ ਦੇ ਘਰ ਪੁੱਜੇ ਤੇ ਜਿਉਂ ਹੀ ਬਾਹਰ ਉਹ ਨਿਕਲੇ ਵੀ ਚਲੋ ਮੈਂ ਕਿਸੇ ਦੀ ਮਦਦ ਜੇ ਹੋ ਸਕੇ ਤਾਂ ਕਰ ਦਿੰਦਾ ਹਾਂ, ਤਾਂ ਉਹਨਾਂ ਦੇ ਗੋਲੀਆਂ ਮਾਰ ਦਿੱਤੀਆਂ ਗਈਆਂ। ਸੋ ਡਾਕਟਰ ਰਵਿੰਦਰ ਰਾਵੀ ਜੀ 19 ਮਈ 1987 ਨੂੰ ਸਾਡੇ ਤੋਂ ਹਮੇਸ਼ਾ ਲਈ ਵਿਛੜ ਗਏ। ਲੇਕਿਨ ਉਹ ਜਿਵੇਂ ਆਪਾਂ ਪਹਿਲਾਂ ਕਿਹਾ ਕਿ ਉਹਨਾਂ ਦੀਆਂ ਪਾਈਆਂ ਹੋਈਆਂ ਜਿਹੜੀਆਂ ਪੈੜਾਂ ਨੇ ਉਹਨਾਂ ਨੂੰ ਵੀ ਯਾਦ ਰੱਖਿਆ ਜਾਂਦਾ, ਭਾਵੇਂ ਲੰਬਾ ਅਰਸਾ ਹੋ ਗਿਆ ਲੇਕਿਨ ਫਿਰ ਵੀ ਜਿਹੜਾ ਪੰਜਾਬੀ ਸਾਹਿਤ ਹੈ ਉਹਦੇ ਵਿੱਚ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ। ਸੋ ਮੇਰੀ ਉਹਨਾਂ ਨਾਲ ਜਿਹੜੀ ਜੁੜੀ ਹੋਈ ਯਾਦ ਹੈ ਤਾਂ ਮੈਂ ਉਹ ਵੀ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ। ਤੇ ਮੈਂ ਜਦੋਂ MA ਪੰਜਾਬੀ ਕਰ ਲਈ ਤਾਂ ਮੇਰਾ ਦਿਲ ਕੀਤਾ ਕਿ ਮੈਂ PhD ਕਰਾਂ, ਕਿਉਂਕਿ ਮੇਰਾ ਉਸ ਵਕਤ ਤੱਕ ਕੋਈ ਵਿਚਾਰ ਨਹੀਂ ਸੀ ਕਿ ਮੈਂ ਕੈਨੇਡਾ ਜਾਣਾ ਹੈ। ਸੋ PhD ਕਰਨ ਲਈ ਤੇ ਮੈਂ ਕੋਈ ਗਾਈਡ ਕੋਈ ਲੱਭ ਰਿਹਾ ਸੀ। ਤੋ ਇੱਕ ਦਿਨ ਜਿਹੜਾ ਹੈਗਾ ਮੇਰਾ ਮਿਲਾਪ ਡਾਕਟਰ ਰਵਿੰਦਰ ਸਿੰਘ ਰਾਵੀ ਜੀ ਨਾਲ ਹੋਇਆ। ਤੇ ਜਦੋਂ ਉਹ ਰਾਮਪੁਰ ਲਿਖਾਰੀ ਸਭਾ ਦੀ ਮੀਟਿੰਗ ਦੇ ਵਿੱਚ ਆਏ
ਤੋ ਡਾਕਟਰ ਸਾਹਿਬ ਕਹਿੰਦੇ ਕਿ ਤੂੰ ਮੈਨੂੰ ਪਟਿਆਲੇ ਯੂਨੀਵਰਸਿਟੀ 'ਚ ਆ ਕੇ ਮਿਲ, ਤੇ ਮੈਂ ਜਿਹੜੀ ਵੀ ਤੇਰੀ ਮਦਦ ਕਰ ਸਕਿਆ ਜਾਂ ਜਿਸ ਤਰ੍ਹਾਂ ਵੀ ਤੈਨੂੰ ਗਾਈਡ ਕਰ ਸਕਿਆ ਮੈਂ ਤੁਹਾਨੂੰ ਕਰਾਂਗਾ। ਤੇ ਮੈਂ ਪਟਿਆਲੇ ਉਹਨਾਂ ਦੇ ਦਫ਼ਤਰ ਦੇ ਵਿੱਚ ਚਲਿਆ ਗਿਆ। ਕਾਫੀ ਸਾਰੀਆਂ ਗੱਲਾਂ ਹੋਈਆਂ ਤੇ ਬੜਾ ਮਿਲਾਪੜਾ ਸੁਭਾਅ ਸੀ ਤੇ ਬੜੇ ਉਹ ਮੈਨੂੰ ਪਿਆਰ ਮੁਹੱਬਤ ਨਾਲ ਮਿਲੇ। ਸੋ ਮੈਂ ਤਾਂ ਉਦੋਂ ਵਿਦਿਆਰਥੀ ਹੋ ਸੀ। ਫਿਰ ਉਹਨਾਂ ਨੇ ਮੈਨੂੰ ਇੱਕ ਜਿਹੜਾ ਵਿਸ਼ਾ ਉਹ ਸੁਝਾਇਆ, ਰਾਮ ਸਰੂਪ ਅਣਖੀ ਦਾ ਕਥਾ ਲੋਕ ਅਤੇ ਪੰਜਾਬੀ ਸੱਭਿਆਚਾਰ। ਉਹ ਮੈਨੂੰ ਕਹਿੰਦੇ ਵੀ ਤੂੰ ਇਸ ਤੇ ਜਿਹੜੀ ਹੈ ਆਪਣੀ PhD ਕਰ ਲੈ। ਤੇ ਮੈਂ ਜੀ ਵਿਸ਼ਾ ਜਿਹੜਾ ਹੈਗਾ ਉੱਥੇ ਉਹ ਕਰਵਾ ਲਿਆ, ਚੁਣ ਲਿਆ ਉਹ ਵਿਸ਼ਾ। ਅਜੇ ਥੋੜਾ ਹੀ ਚਿਰ ਹੀ ਮੈਨੂੰ ਉਹਨਾਂ ਦੀ ਗਾਈਡੈਂਸ 'ਚ ਕੰਮ ਕਰਦਿਆਂ ਨੂੰ ਹੋਇਆ ਸੀ ਕਿ ਉਹਨਾਂ ਦਾ ਜਿਹੜਾ ਫਿਰ ਕਤਲ ਹੋ ਗਿਆ। ਤੇ ਮੈਂ ਡਾਕਟਰ S ਤਰਸੇਮ ਨੂੰ ਆਪਣਾ ਗਾਈਡ ਬਣਾ ਲਿਆ। ਲੇਕਿਨ ਉਸ ਤੋਂ ਬਾਅਦ ਮੇਰਾ ਮਨ ਇੰਨਾ ਟੁੱਟਿਆ ਕਿ ਮੈਂ 2 ਸਾਲ ਇਸ ਸਬਜੈਕਟ ਤੇ ਕੰਮ ਕੀਤਾ। ਤੇ ਫਿਰ ਇੱਕ ਤਾਂ ਪੰਜਾਬ ਦੇ ਹਾਲਾਤ ਵੀ ਕੁਛ ਇਸ ਤਰ੍ਹਾਂ ਦੇ ਹੋ ਗਏ, ਕੁਛ ਮਨ ਵੀ ਉਚਾਟ ਹੋ ਗਿਆ। ਤਾਂ ਫਿਰ 1990 ਦੇ ਵਿੱਚ ਮੈਂ ਕੈਨੇਡਾ ਨੂੰ ਆ ਗਿਆ ਤੇ ਮੇਰੀ PhD ਦਾ ਜਿਹੜਾ ਕੀਤਾ ਹੋਇਆ ਕੰਮ ਸੀ ਉਹ ਵਿਚਕਾਰ ਹੀ ਰਹਿ ਗਿਆ ਤੇ ਮੁੜ ਕੇ ਕਦੀ ਚਾਂਸ ਹੀ ਨਹੀਂ ਮਿਲਿਆ ਕਿ ਮੈਂ ਉਸ ਨੂੰ ਕੰਪਲੀਟ ਕਰ ਸਕਾਂ। ਲੇਕਿਨ ਡਾਕਟਰ ਰਵੀ ਜੀ ਨਾਲ ਜਿੰਨੀਆਂ ਵੀ ਮੇਰੀਆਂ ਮੁਲਾਕਾਤਾਂ ਹੋਈਆਂ, ਮੈਂ ਉਹਨਾਂ ਨੂੰ ਮਿਲਿਆ, ਸੋ ਉਹਨਾਂ ਦੀ ਸ਼ਖਸੀਅਤ ਦਾ ਮੇਰੇ ਉੱਪਰ ਕਾਫੀ ਗਹਿਰਾ ਪ੍ਰਭਾਵ ਹੈ। ਸੋ ਇਸ ਪ੍ਰਕਾਰ ਉਹਨਾਂ ਨੂੰ ਵੀ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਯਾਦ ਕਰਦੇ ਹਾਂ। ਸੋ ਪ੍ਰੋਗਰਾਮ ਦੇ ਅੱਗੇ ਆਪਾਂ ਹੋਰ ਵੀ ਕਈ ਕਿਸਮ ਦੀਆਂ ਗੱਲਾਂ ਕਰਾਂਗੇ। ਸੋ ਲੇਕਿਨ ਦੋਸਤੋ, ਜਿਹੜਾ ਪਿਛਲਾ ਹਫ਼ਤਾ ਹੈ ਉਸ ਨੇ ਮਨ ਨੂੰ ਬਹੁਤ ਉਦਾਸ ਕਰੀ ਰੱਖਿਆ ਹੈ, ਕਿਉਂਕਿ ਫਲਸਤੀਨ ਅਤੇ ਇਜ਼ਰਾਈਲ ਦਾ ਜਿਹੜਾ ਝਗੜਾ ਹੈ ਉਹ ਇੰਨਾ ਵੱਧ ਚੁੱਕਿਆ ਹੈ। ਇਸ ਤਰ੍ਹਾਂ ਬੰਬ ਸਿੱਟੇ ਜਾ ਰਹੇ ਨੇ, ਇਸ ਤਰ੍ਹਾਂ ਜਿਹੜੀ ਮਨੁੱਖੀ ਵਸੋਂ ਹੈ, ਸਿਵਲੀਅਨ ਏਰੀਆ, ਉਹਨਾਂ ਤੇ ਬੰਬ ਸਿੱਟੇ ਜਾ ਰਹੇ ਨੇ ਬੇਕਿਰਕ ਹੋ ਕੇ, ਇਹ ਸੋਚੇ ਤੋਂ ਬਗੈਰ ਕਿ ਛੋਟੇ ਛੋਟੇ ਬੱਚੇ, ਔਰਤਾਂ ਕਿਵੇਂ ਮਰ ਰਹੇ ਹੋਣਗੇ। ਤੇ ਮਨੁੱਖ ਦੀ ਜਿਹੜੀ ਦਰਿੰਦਗੀ ਹੈ, ਮਨੁੱਖ ਦਾ ਜਿਹੜਾ ਇਹ ਵਿਵਹਾਰ ਹੈ, ਇਸ ਨੇ ਮਨ ਨੂੰ ਦੋਸਤੋ ਬਹੁਤ ਉਚਾਟ ਕੀਤਾ ਹੋਇਆ ਹੈ। ਪਤਾ ਨਹੀਂ ਇਹਦੇ ਪਿੱਛੇ ਕੀ ਸਾਜ਼ਿਸ਼ ਹੈ। ਪਤਾ ਨਹੀਂ ਕਿਉਂ ਥੋੜਾ ਚਿਰ ਬਾਅਦ ਹਥਿਆਰਾਂ ਨੂੰ ਜੰਗ ਲੱਗ ਜਾਂਦਾ ਹੈ, ਜਾਂ ਕਹਿ ਲਓ ਕਿ ਉਹਨਾਂ ਦੀ ਐਕਸਪਾਇਰੀ ਡੇਟ ਆ ਜਾਂਦੀ ਹੈ ਤੇ ਉਹ ਟੈਸਟ ਕੀਤੇ ਜਾਂਦੇ ਨੇ ਆਮ ਸਧਾਰਨ ਲੋਕਾਂ ਤੇ। ਇਹ ਮਸਲਾ ਕੋਈ ਵੀ ਹੋਵੇ, ਲੇਕਿਨ ਇਹ ਜਿਹੜਾ ਮਸਲਾ ਹੈ ਇੱਕ ਐਸਾ ਝੁਰਲੂ ਜਾਂ ਕਹਿ ਲਓ ਜਾਦੂ ਦਾ ਡੰਡਾ ਬਣ ਗਿਆ ਕਿ ਜਦੋਂ ਸਰਕਾਰਾਂ ਨੇ ਦੁਨੀਆ ਦਾ ਧਿਆਨ ਕਿਸੇ ਹੋਰ ਪਾਸੇ ਲਾਉਣਾ ਹੁੰਦਾ ਤਾਂ ਇਸ ਨੂੰ ਉਹ ਹਵਾ ਦੇ ਦਿੰਦੀਆਂ ਨੇ। ਸੋ ਦੋਸਤੋ, ਇਸਰਾਈਲ ਦੇ ਵਿੱਚ ਜਾਂ ਫਲਸਤੀਨ ਦੇ ਵਿੱਚ ਜਿਹੜੇ ਇੱਕ ਦੂਸਰੇ ਤੇ ਬੰਬ ਸੁੱਟੇ ਜਾ ਰਹੇ ਨੇ, ਤਾਂ ਉਹਦੇ ਵਿੱਚ ਹੁਣ ਤੱਕ ਤਕਰੀਬਨ 250 ਲੋਕਾਂ ਦੀ ਮੌਤ ਹੋ ਚੁੱਕੀ ਹੈ। ਤੇ ਛੋਟੇ ਛੋਟੇ ਬੱਚੇ, ਇੱਕ ਮੈਂ ਦੇਖਿਆ ਕਿ 6 ਮਹੀਨੇ ਦਾ ਬੱਚਾ, ਤੇ ਉਹ ਬੰਬ ਨਾਲ ਉਹਦੀ ਇੱਕ ਲੱਤ ਟੁੱਟ ਗਈ ਤੇ ਕਿਸ ਤਰ੍ਹਾਂ ਉਹ ਤੜਫ ਰਿਹਾ ਹੈ। ਤੇ ਕਿੰਨੀਆਂ ਹੀ ਔਰਤਾਂ ਨੇ ਜਿਹੜੀਆਂ ਮਾਰੀਆਂ ਜਾ ਚੁੱਕੀਆਂ ਨੇ। ਤੇ ਇਸਰਾਈਲ ਵਾਲੇ ਸਾਈਡ ਤੇ ਭਾਵੇਂ ਥੋੜੇ ਲੋਕ ਮਰੇ ਨੇ, 8 ਲੋਕ ਮਰੇ ਨੇ, ਲੇਕਿਨ ਫਲਸਤੀਨ ਵਾਲੇ ਪਾਸੇ ਕਿਉਂਕਿ ਉਹਨਾਂ ਲੋਕਾਂ ਕੋਲ ਉਸ ਤਰ੍ਹਾਂ ਦੇ ਹਥਿਆਰ ਨਹੀਂ ਜਾਂ ਉਸ ਤਰ੍ਹਾਂ ਦੀ ਟੈਕਨੋਲੋਜੀ ਨਹੀਂ, ਉੱਥੇ ਕਾਫੀ ਮਰੇ ਨੇ। ਇਹ ਜਿਹੜਾ ਧਾਰਮਿਕ ਜਨੂਨ ਹੈ, ਇਹ ਜਿਹੜਾ ਕਹਿ ਲਓ ਵਤਨ ਪ੍ਰਸਤੀ ਹੈ, ਇਹ ਸਾਰੀ ਇਨਸਾਨੀਅਤ ਨੂੰ ਕਿਸੇ ਵੱਡੀ ਜੰਗ ਦੇ ਵਿੱਚ ਝੋਕ ਸਕਦੀ ਹੈ। ਸੋ ਵੱਡੇ ਦੇਸ਼ਾਂ ਨੂੰ ਚਾਹੀਦਾ ਹੈ ਕੋਈ ਇਸ ਨੂੰ ਜਿੰਨੀ ਛੇਤੀ ਹੋ ਸਕੇ ਇਸ ਲੜਾਈ ਨੂੰ ਬੰਦ ਕਰਾਉਣ। ਮੈਨੂੰ ਤਾਂ ਕਈ ਵਾਰ ਸਮਝ ਨਹੀਂ ਆਉਂਦੀ ਕਿ ਜਿਹੜੀਆਂ ਏਡੀਆਂ ਸੰਸਥਾਵਾਂ ਨੇ, UNO ਵਰਗੀਆਂ, ਉਹ ਕਿਉਂ ਚੁੱਪ ਧਾਰ ਲੈਂਦੀਆਂ ਨੇ, ਕਿਉਂ ਨਹੀਂ ਉਹ ਸਖਤ ਸਟੈਂਡ ਲੈਂਦੀਆਂ ਅਜਿਹੇ ਮੌਕੇ। ਭਾਵੇਂ ਵਰਲਡ ਸਿਹਤ ਸੰਸਥਾ ਹੈ, ਤੇ ਭਾਵੇਂ ਰੈੱਡ ਕਰਾਸ ਹੈ, ਤੇ ਭਾਵੇਂ UNO ਹੈ, ਭਾਵੇਂ ਅਮਰੀਕਾ ਹੈ ਜਿਨ੍ਹਾਂ ਦੀ ਗੱਲ ਸੁਣੀ ਜਾਂਦੀ ਹੈ, ਭਾਵੇਂ ਚੀਨ ਹੈ, ਭਾਵੇਂ ਰਸ਼ੀਆ ਹੈ, ਇਹ ਵੱਡੀਆਂ ਤਾਕਤਾਂ ਨੇ। ਇਹਨਾਂ ਨੂੰ ਸਟੈਂਡ ਲੈ ਕੇ ਮਤਲਬ ਰੋਕਣਾ ਚਾਹੀਦਾ ਹੈ ਇਸ ਲੜਾਈ ਨੂੰ, ਤਾਂ ਕਿ ਜਿਹੜੇ ਬੇਕਸੂਰ ਲੋਕ ਨੇ, ਛੋਟੇ ਛੋਟੇ ਬੱਚੇ ਨੇ, ਉਹ ਔਰਤਾਂ ਨੇ, ਉਹਨਾਂ ਦੀ ਜਾਨ ਇਸ ਵਿੱਚ ਨਾ ਜਾਵੇ। ਤੇ ਜੇ ਅਰਬ ਮੁਲਕ ਇਕੱਠੇ ਹੋ ਜਾਂਦੇ ਨੇ ਤੇ ਉਹ ਇਸ ਤਰ੍ਹਾਂ ਦੀ ਕੋਈ ਸਟ੍ਰੈਟਜੀ ਬਣਾ ਲੈਂਦੇ ਨੇ ਤਾਂ ਇਹ ਜੰਗ ਹੈ ਜਿਹੜੀ ਉਹ ਬਹੁਤ ਭਿਆਨਕ ਹੋ ਸਕਦੀ ਹੈ। ਸੋ ਸਾਡਾ ਉਹਨਾਂ ਸਾਰੇ ਬੱਚਿਆਂ ਨਾਲ, ਔਰਤਾਂ ਨਾਲ, ਬੇਕਸੂਰ ਲੋਕਾਂ ਨਾਲ ਹਮਦਰਦੀ ਹੈ ਜਿਨ੍ਹਾਂ ਨੇ, ਆਪਾਂ ਕਹਿੰਦੇ ਜਿਵੇਂ ਕਹਿੰਦੇ ਵੀ ਸਾਨਾਂ ਦਾ ਭੇਡ ਹੈ, ਉਹਦੇ ਵਿੱਚ ਆਪਣੀ ਜਾਨ ਗਵਾ ਲਈ, ਤੇ ਜਿਨ੍ਹਾਂ ਨੂੰ ਇਸ ਚੀਜ਼ 'ਚੋਂ ਕੁਝ ਵੀ ਨਹੀਂ ਮਿਲਣਾ। ਸੋ ਟੋਰਾਂਟੋ ਦੇ ਵਿੱਚ ਦੋਸਤੋ ਜਿਹੜੇ ਕੋਵਿਡ ਦੇ ਹਾਲਾਤ ਨੇ ਉਹ ਪਿਛਲੇ ਹਫ਼ਤੇ 'ਚ ਕਾਫੀ ਸੁਧਰ ਰਹੇ ਨੇ। ਮੌਤਾਂ ਦੀ ਗਿਣਤੀ ਵੀ ਘਟ ਰਹੀ ਹੈ ਤੇ ਜਿਹੜੇ ਪੋਜ਼ਿਟਿਵ ਵਿਅਕਤੀ ਨੇ ਉਹਨਾਂ ਦੀ ਗਿਣਤੀ ਵੀ ਘਟ ਰਹੀ ਹੈ। ਤੇ ਨਾਲ ਦੀ ਨਾਲ ਇਹ ਵੇਖਣ ਨੂੰ ਮਿਲਿਆ ਹੈ ਕਿ ਤਾਲਾਬੰਦੀ ਤੋਂ ਲੋਕ ਕਾਫੀ ਤੰਗ ਵੀ ਆ ਚੁੱਕੇ ਨੇ। ਸੋ ਪਿਛਲੇ ਦਿਨਾਂ ਦੇ ਵਿੱਚ ਟੋਰਾਂਟੋ ਦੇ ਵਿੱਚ ਕਈ ਕਿਸਮ ਦੇ ਜਿਹੜੇ ਪ੍ਰਦਰਸ਼ਨ ਹੋਏ। ਇੱਕ ਤਾਂ ਪ੍ਰਦਰਸ਼ਨ ਇਹ ਹੋਏ ਜਿਹੜੇ ਲੋਕ ਫਲਸਤੀਨ ਦੇ ਹੱਕ 'ਚ ਨੇ, ਜਾਂ ਜਿਹੜੇ ਲੋਕ
ਅਮਨ ਪਸੰਦ ਨੇ, ਜਿਹੜੇ ਚਾਹੁੰਦੇ ਨੇ ਕਿ ਜਿਹੜੀ ਬੰਬਾਰਡਮੈਂਟ ਨਾ ਹੋਵੇ, ਤੇ ਉਹਨਾਂ ਨੇ ਪ੍ਰਦਰਸ਼ਨ ਕੀਤੇ। ਮਿਸਾਗਾ ਦੇ ਵਿੱਚ ਵੀ ਕੀਤੇ ਤੇ ਟੋਰਾਂਟੋ ਦੇ ਵਿੱਚ ਵੀ ਕੀਤੇ। ਇਸੇ ਤਰ੍ਹਾਂ ਜਿਹੜੇ ਲੋਕ ਇਜ਼ਰਾਈਲ ਦੇ ਹਮਾਇਤੀ ਨੇ ਤੇ ਉਹਨਾਂ ਨੇ ਵੀ ਪ੍ਰਦਰਸ਼ਨ ਕੀਤੇ। ਤੇ ਇੱਕ ਨਿਵੇਕਲੀ ਕਿਸਮ ਦੇ ਪ੍ਰਦਰਸ਼ਨ ਨੇ ਜਿਹੜੇ ਉਹ ਵੇਖਣ ਨੂੰ ਮਿਲੇ ਕਿ ਬਿਜ਼ਨਸ ਜਿਹੜੇ ਚਿਰਾਂ ਤੋਂ ਬੰਦ ਪਏ ਨੇ, ਦੁਕਾਨਾਂ ਜਿਹੜੀਆਂ ਚਿਰਾਂ ਤੋਂ ਬੰਦ ਪਈਆਂ ਨੇ, ਤਾਂ ਉਸ ਦੇ ਸਤਾਏ ਹੋਏ ਲੋਕ, ਆਰਥਿਕਤਾ ਦੇ ਭੰਨੇ ਹੋਏ ਲੋਕ, ਤੇ ਜਿਨ੍ਹਾਂ ਨੂੰ ਕੋਵਿਡ ਕਰਕੇ ਆਪਣੇ ਬਿਜ਼ਨਸ ਬੰਦ ਕਰਨੇ ਪੈ ਗਏ, ਜਾਂ ਉਹ ਲੋਕ ਜਿਹੜੀ ਉੱਚੀਆਂ ਉੱਚੀਆਂ ਅਪਾਰਟਮੈਂਟਾਂ 'ਚ ਰਹਿੰਦੇ ਨੇ ਤੇ ਸਟੇ ਐਟ ਹੋਮ ਦੇ ਆਰਡਰ ਨੇ, ਉਹ ਥੱਲੇ ਨਹੀਂ ਆ ਸਕਦੇ, ਉਹ ਪਾਰਕਾਂ 'ਚ ਨਹੀਂ ਜਾ ਸਕਦੇ, ਉਹ ਬਾਹਰ ਨਹੀਂ ਘੁੰਮ ਸਕਦੇ, ਉਹ ਕਿਤੇ ਡਿਨਰ ਕਰਨ ਨਹੀਂ ਜਾ ਸਕਦੇ। ਤੇ ਕਈ ਲੋਕ ਇਹੋ ਜਿਹੇ ਵੀ ਨੇ ਜਿਹੜੇ ਬਿਲਕੁਲ ਇਕੱਲੇ ਰਹਿੰਦੇ ਨੇ, ਜਿਨ੍ਹਾਂ ਦੀ ਸੋਸ਼ਲ ਲਾਈਫ ਕੋਈ ਨਹੀਂ ਹੈ। ਉਹ ਪੈਟੀਓ ਤੇ ਜਾ ਕੇ ਬੈਠਦੇ ਨੇ ਜਾਂ ਰੈਸਟੋਰੈਂਟਾਂ 'ਚ ਜਾ ਕੇ ਬੈਠਦੇ ਨੇ, ਤੇ ਜਿਹਦੇ ਨਾਲ ਉਹਨਾਂ ਨੂੰ ਮਾਨਸਿਕ ਸਕੂਨ ਮਿਲਦਾ ਹੈ। ਤੋ ਇਸ ਹਾਲਾਤ ਇਸ ਤਰ੍ਹਾਂ ਦੇ ਬਣ ਚੁੱਕੇ ਨੇ ਕਿ ਉਹ ਜਿਹੜੇ ਕੋਵਿਡ ਦੇ ਜਿਹੜੇ ਹਾਲਾਤ ਨੇ, ਜਿਹੜੇ ਘਰਾਂ ਦੇ ਵਿੱਚ ਬੰਦੀ ਕੈਦੀ ਬਣਾ ਕੇ ਮਨੁੱਖ ਨੂੰ ਰੱਖ ਦਿੱਤਾ ਗਿਆ ਹੈ, ਇਹਦੇ ਨਾਲ ਜਿਹੜਾ ਸਾਡੀ ਦਿਮਾਗੀ ਸਿਹਤ ਹੈ, ਤਾਂ ਇਹਦੇ ਤੇ ਜਿਹੜਾ ਬਹੁਤ ਬੁਰਾ ਅਸਰ ਪੈ ਸਕਦਾ ਹੈ, ਪੈਣ ਵਾਲਾ ਹੈ। ਸੋ ਇਸ ਕਰਕੇ ਪੀੜਤ ਲੋਕਾਂ ਨੇ ਇਕੱਠੇ ਹੋ ਕੇ ਟੋਰਾਂਟੋ ਦੇ ਵਿੱਚ ਪ੍ਰਦਰਸ਼ਨ ਕੀਤੇ। ਤੇ ਕਿਸੇ ਨੇ ਕਿਹਾ ਕਿ ਮੈਨੂੰ ਆਪਣਾ ਰੈਸਟੋਰੈਂਟ ਬੈਕ ਚਾਹੀਦਾ ਹੈ, ਕਿਸੇ ਨੇ ਕਿਹਾ ਕਿ ਮੈਂ ਪੈਟੀਓ ਤੇ ਬੈਠਣਾ ਚਾਹੁੰਦਾ, ਕਿਸੇ ਨੇ ਕਿਹਾ ਮੈਨੂੰ ਆਜ਼ਾਦੀ ਚਾਹੀਦੀ ਹੈ ਘੁੰਮਣ ਫਿਰਨ ਦੀ, ਤੇ ਕਿਸੇ ਨੇ ਕਿਹਾ ਕਿ ਸਾਨੂੰ ਮਾਸਕਾਂ ਤੋਂ ਮੁਕਤੀ ਚਾਹੀਦੀ ਹੈ। ਸੋ ਦੋਸਤੋ, ਇਸ ਪ੍ਰਕੋਪ ਨੂੰ ਘਟਾਉਣ ਦੇ ਵਿੱਚ ਅਸੀਂ ਸਾਰੇ ਹੀ ਸਹਾਈ ਹੋ ਸਕਦੇ ਹਾਂ, ਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਵੱਧ ਤੋਂ ਵੱਧ ਵੈਕਸੀਨ ਲਵਾਈਏ। ਤੇ ਵੈਕਸੀਨ ਕਾਫੀ ਲੋਕਾਂ ਦੇ ਲੱਗ ਚੁੱਕੀ ਹੈ। ਕੈਨੇਡਾ ਦੇ ਵਿੱਚ ਲਾਸਟ ਖਬਰਾਂ ਮਿਲਣ ਤੱਕ 60% ਲੋਕਾਂ ਦੇ ਜਿਹੜਾ ਹੈਗਾ ਉਹ ਫਸਟ ਡੋਜ਼ ਲੱਗ ਚੁੱਕੀ ਹੈ। ਤੇ ਜਦੋਂ ਮੇਰਾ ਖਿਆਲ ਹੈ ਅਕਤੂਬਰ ਤੱਕ ਜਾਂ ਸਤੰਬਰ ਤੋਂ ਪਹਿਲਾਂ ਇਹ ਜਿਹੜੀ ਹੈਗੀ ਆ ਦੂਜੀ ਡੋਜ਼ ਹੈ ਜਿਹੜੀ ਉਹ ਬਹੁਤੇ ਲੋਕਾਂ ਨੂੰ ਲੱਗ ਜਾਵੇਗੀ, ਤੇ ਜਿਹੜੇ ਹਾਲਾਤ ਨੇ ਉਹ ਆਮ ਵਰਗੇ ਹੋ ਜਾਣਗੇ। ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਅਮਰੀਕਾ ਦੇ ਵਿੱਚ ਜਿਹੜਾ ਜੀਵਨ ਹੈ ਉਹ ਆਮ ਵਾਂਗ ਹੋ ਰਿਹਾ ਹੈ। ਕੱਲ ਮੈਂ ਨਿਊਯਾਰਕ ਤੋਂ ਦੇਖ ਰਿਹਾ ਸੀ ਲਾਈਵ, ਤੇ ਕਿਸ ਤਰ੍ਹਾਂ ਉੱਥੇ ਗਹਿਮਾ ਗਹਿਮੀਆਂ ਫਿਰ ਮੁੜ ਤੋਂ ਪਰਤ ਰਹੀ ਹੈ। ਤਾਂ ਕਿਸ ਤਰ੍ਹਾਂ ਲੋਕ ਬਿਨਾਂ ਮਾਸਕਾਂ ਤੋਂ ਘੁੰਮ ਰਹੇ ਨੇ, ਜਿਨ੍ਹਾਂ ਨੇ ਜਿਹੜੇ ਫੁੱਲੀ ਵੈਕਸੀਨੇਟਡ ਨੇ, ਜਿਨ੍ਹਾਂ ਨੇ ਦੋਨੋਂ ਡੋਜ਼ ਨੇ ਜਿਹੜੀਆਂ ਉਹ ਲੈ ਲਈਆਂ ਨੇ। ਸੋ ਦੋਸਤੋ, ਪਿਛਲੇ ਦਿਨਾਂ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਕੁਦਰਤੀ ਆਫਤਾਂ ਨੇ ਜਿਹੜੀਆਂ ਉਹ ਆਈਆਂ ਨੇ, ਜਿਨ੍ਹਾਂ ਨੇ ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ ਹੈ। ਤੁਸੀਂ ਟੈਲੀਵਿਜ਼ਨਾਂ ਦੇ ਉੱਪਰ ਦੇਖਿਆ ਹੋਣਾ ਕਿ ਭਾਰਤ ਦੇ ਵਿੱਚ ਚੱਕਰਵਾਤੀ ਤੂਫਾਨ ਤਾਊਤੇ ਤੇ ਜਿਹੜਾ ਆਇਆ, ਸੋ ਉਸਨੇ ਪੱਛਮੀ ਜਿਹੜੇ ਤੱਟ ਨੇ, ਸਮੁੰਦਰੀ ਤੱਟ, ਉਹਨਾਂ ਦੇ ਉੱਪਰ ਬਹੁਤ ਹੀ ਭਾਰਾ ਜਿਹੜਾ ਨੁਕਸਾਨ ਹੈ ਕੀਤਾ। ਤੇ ਇਹਦੇ ਵਿੱਚ ਕਈ ਜਹਾਜ਼ ਵੀ ਫਸ ਗਏ। ਗੁਜਰਾਤ ਅਤੇ ਮਹਾਰਾਸ਼ਟਰ ਦੇ ਵਿੱਚ ਦਰਖਤ ਸੜਕਾਂ ਤੇ ਡਿੱਗੇ ਪਏ ਸੀ, ਸੜਕਾਂ ਬੰਦ ਹੋ ਗਈਆਂ, ਬਿਜਲੀ ਆ ਜਿਹੜੀ ਉਹ ਕੱਟੀ ਗਈ, ਤੇ ਕਾਫੀ ਸਾਰੀਆਂ ਮੌਤਾਂ ਵੀ ਹੋਈਆਂ। ਤੇ ਇੱਕ ਜਹਾਜ਼ ਜਿਹੜਾ ਤੇਲ ਵਾਲਾ ਜਹਾਜ਼ ਸੀਗਾ ਉਹ ਸਮੁੰਦਰ ਦੇ ਵਿੱਚ ਫਸ ਗਿਆ, ਉਸ ਨੂੰ ਕੱਢਿਆ ਨਹੀਂ ਗਿਆ। ਤੋਂ ਲਾਸਟ ਖਬਰਾਂ ਮਿਲਣ ਤੱਕ ਉਹਦੇ ਵਿੱਚ 26 ਲੋਕਾਂ ਦੀ ਜਿਹੜੀ ਮੌਤ ਆ ਉਹ ਹੋ ਚੁੱਕੀ ਸੀ, ਤੇ ਕਾਫੀ ਸਾਰਿਆਂ ਨੂੰ ਬਚਾ ਵੀ ਲਿਆ ਗਿਆ। ਤੇ ਪ੍ਰਧਾਨ ਮੰਤਰੀ ਨੇ ਭਾਵੇਂ ਹਵਾਈ ਸਰਵੇਖਣ ਕੀਤਾ ਤੇ ਮਦਦ ਵੀ ਦਿੱਤੀ ਹੈ, ਲੇਕਿਨ ਜਿਹੜਾ ਨੁਕਸਾਨ ਹੈ ਬਹੁਤ ਵੱਡਾ ਹੈ। ਤੇ ਇੱਕ ਪਾਸੇ ਭਾਰਤ ਆ ਜਿਹੜਾ ਉਹ ਕਰੋਨਾ ਦੀ ਜਿਹੜੀ ਮਹਾਮਾਰੀ ਹੈ ਉਹਦਾ ਜਿਹੜਾ ਦੁਖਾਂਤ ਹੈ ਚੱਲ ਰਿਹਾ, ਤੇ ਦੂਸਰੇ ਪਾਸੇ ਇਹ ਜਿਹੜਾ ਤੂਫਾਨ ਸੀ, ਚੱਕਰਵਾਤੀ ਤੂਫਾਨ, ਤੋਂ ਇਸ ਨੇ ਜਿਹੜਾ ਹੈ ਭਾਰਤ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ। ਇਸੇ ਤਰ੍ਹਾਂ ਚੀਨ ਦੇ ਵੁਹਾਨ ਏਰੀਆ ਦੇ ਵਿੱਚ ਜਿੱਥੋਂ ਕੋਵਿਡ ਸ਼ੁਰੂ ਹੋਇਆ ਸੀ, ਉੱਥੇ ਵੀ ਕਿਸੇ ਤਰ੍ਹਾਂ ਦਾ ਸਾਈਕਲੋਨ, ਇਸ ਤਰ੍ਹਾਂ ਦਾ ਇੱਕ ਜਿਹੜਾ ਵੱਡਾ ਬਾਬਰੋਲਾ, ਜਿਹਦੇ ਵਿੱਚ ਮੀਂਹ, ਹਨੇਰੀ, ਹੜ੍ਹ, ਸਾਰਾ ਕੁਛ ਆਇਆ, ਤੇ ਇਸ ਨੇ ਵੀ ਜਿਹੜੀ ਕਾਫੀ ਤਬਾਹੀ ਕੀਤੀ। ਕਾਫੀ ਜਿਹੜਾ ਹੈ ਲੋਕ ਇਹਦੇ ਵਿੱਚ ਵੀ ਮਾਰੇ ਗਏ। ਤੇ ਜੇ ਮਨੁੱਖ ਜੰਗਲਾਂ ਨੂੰ ਇਸੇ ਤਰ੍ਹਾਂ ਕੱਟਦਾ ਰਿਹਾ, ਜੇ ਗਲੋਬਲ ਤਾਪ ਇਸੇ ਤਰ੍ਹਾਂ ਵੱਧਦਾ ਰਿਹਾ, ਜੇ ਅਸੀਂ ਵਾਤਾਵਰਨ ਵੱਲ ਧਿਆਨ ਨਾ ਦਿੱਤਾ, ਜੇ ਅਸੀਂ ਕੈਮੀਕਲ ਇਸੇ ਤਰ੍ਹਾਂ ਵਰਤਦੇ ਰਹੇ, ਤੇ ਜੇ ਅਸੀਂ ਮਨੁੱਖਤਾ ਦੇ ਖਿਲਾਫ ਜਿਹੜੇ ਕੰਮ ਨੇ ਜਾਂ ਕੁਦਰਤ ਦੇ ਖਿਲਾਫ ਜਿਹੜੇ ਕੰਮ ਨੇ ਉਹ ਇਸੇ ਤਰ੍ਹਾਂ ਜਾਰੀ ਰੱਖੇ, ਤਾਂ ਦੋਸਤੋ ਆਉਣ ਵਾਲਾ ਸਮਾਂ ਜਿਹੜਾ ਕੋਈ ਬਹੁਤਾ ਵਧੀਆ ਨਹੀਂ। ਤਾਂ ਉਸ ਦੇ ਵਿੱਚ ਜਿਹੜੀਆਂ ਕੁਦਰਤੀ ਆਫਤਾਂ ਨੇ, ਜਿਵੇਂ ਅਸਮਾਨੀ ਬਿਜਲੀ ਦਾ ਡਿੱਗਣਾ, ਹੜ੍ਹਾਂ ਦਾ ਆਉਣਾ, ਭੂਚਾਲ, ਸੁਨਾਮੀਆਂ, ਇਹ ਆਉਣਗੀਆਂ, ਬਹੁਤ ਆਉਣਗੀਆਂ। ਤੇ ਨਾਲ ਹੀ ਦੂਸਰੀ ਗੱਲ ਇਹ ਹੈ ਕਿ ਕੋਵਿਡ ਆ ਕੇ ਜਾਂ ਵੈਕਸੀਨ ਲੈ ਕੇ ਇਹ ਜਿਹੜੇ ਬੈਕਟੀਰੀਆ ਨੇ ਇਹ ਆਉਣੇ ਬੰਦ ਨਹੀਂ ਹੋ ਜਾਣੇ। ਇਹ ਪਹਿਲਾਂ ਵੀ ਆਉਂਦੇ ਰਹੇ ਨੇ ਤੇ ਅੱਗੇ ਵਾਸਤੇ ਵੀ ਆਉਂਦੇ ਰਹਿਣਗੇ। ਪਹਿਲਾਂ ਜਦੋਂ ਤੁਸੀਂ ਬਜ਼ੁਰਗਾਂ ਤੋਂ ਸੁਣਿਆ ਹੋਣਾ ਕਿ ਪਲੇਗ ਆਈ ਸੀ, ਤੇ ਫਿਰ ਚੇਚਕ ਆਈ, ਫਿਰ ਕਿੰਨੀਆਂ ਪੋਲੀਓ ਆਇਆ, ਕੰਟਰੋਲ ਹੋ ਗਿਆ, ਲੇਕਿਨ
ਉਹ ਕਿਸੇ ਨਵੇਂ ਰੂਪ ਦੇ ਵਿੱਚ ਹੈ ਜਿਹੜੀ ਬਿਮਾਰੀ ਫੇਰ ਆ ਜਾਂਦੀ ਹੈ। ਤਾਂ ਇਹ ਬਿਮਾਰੀਆਂ ਇਸੇ ਤਰ੍ਹਾਂ ਆਉਂਦੀਆਂ ਰਹਿਣਗੀਆਂ। ਸੋ ਮਨੁੱਖ ਨੂੰ ਸਿਆਣਾ ਹੋਣਾ ਪਵੇਗਾ। ਕੁਦਰਤ ਦੇ ਖਿਲਾਫ ਜਿਹੜਾ ਕੁਛ ਉਹ ਪ੍ਰਪੰਚ ਰਚ ਰਿਹਾ ਹੈ ਜਾਂ ਇਨਸਾਨੀਅਤ ਦੇ ਖਿਲਾਫ ਰਚ ਰਿਹਾ ਹੈ, ਤਾਂ ਉਹਦੇ 'ਤੇ ਉਹਨੂੰ ਕਾਬੂ ਕਰਨਾ ਪਵੇਗਾ। ਅਤੇ ਜਿਹੜੀਆਂ ਗ੍ਰੀਨ ਹਾਊਸਿਸ ਗੈਸਾਂ ਨੇ ਉਹਨਾਂ ਨੂੰ ਘਟਾਉਣਾ ਪਵੇਗਾ। ਅਤੇ ਜਿਹੜਾ ਹੈ, ਨਹੀਂ ਤਾਂ ਜਿਹੜਾ ਕਾਰਬਨ ਦਾ ਪ੍ਰਕੋਪ ਹੈ ਇਹ ਦੁਨੀਆ ਨੂੰ ਤਬਾਹੀ ਵੱਲ ਲੈ ਜਾਏਗਾ। ਸੋ ਦੋਸਤੋ, ਅੱਜ ਦੇ ਪ੍ਰੋਗਰਾਮ ਤੋਂ ਪਹਿਲਾਂ ਜਿਹੜੇ ਕਾਫੀ ਸਾਨੂੰ ਸੰਦੇਸ਼ ਆਏ ਨੇ, ਅਤੇ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਅਸੀਂ ਹਰੇਕ ਪ੍ਰੋਗਰਾਮ ਦੇ ਵਿੱਚ ਹੀ ਕਰਦੇ ਹਾਂ। ਸੋ ਸੁਖਦੇਵ ਸਿੰਘ ਸਮਰਾ ਸਾਹਿਬ ਬਰੈਂਪਟਨ ਤੋਂ, ਜਸਪਾਲ ਕੌਰ ਪੰਨੂ ਜੀ ਕੈਲੀਫੋਰਨੀਆ ਤੋਂ, ਬਲਜਿੰਦਰ ਸਿੰਘ ਮੰਗਠ ਕਲੀਵਲੈਂਡ ਓਹਾਈਓ ਤੋਂ। ਸੋ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਪਿੰਡ ਤੋਂ ਕਬੱਡੀ ਕੋਚ ਸ਼੍ਰੀ ਦੇਵੀ ਦਿਆਲ ਸਾਹਿਬ ਪਿੰਡ ਕੁੱਬੇ, ਉਹਨਾਂ ਨੇ ਵੀ ਸਾਨੂੰ ਸੰਦੇਸ਼ ਭੇਜਿਆ ਹੈ। ਸੋ ਇਸ ਤਰ੍ਹਾਂ ਵਿੱਕੀ ਗਰੇਵਾਲ ਜੀ ਨੇ ਬਰੈਂਪਟਨ ਤੋਂ, ਉਹਨਾਂ ਨੇ ਵੀ ਸਾਨੂੰ ਸੰਦੇਸ਼ ਭੇਜਿਆ ਹੈ। ਸੋ ਸਾਡੇ ਬਹੁਤ ਹੀ ਨਾਮਵਰ ਆਲੋਚਕ JV ਸੇਖੋਂ ਸਾਹਿਬ, ਉਹਨਾਂ ਨੇ ਵੀ ਪ੍ਰੋਗਰਾਮ ਨੂੰ ਪਸੰਦ ਕੀਤਾ ਹੈ ਅਤੇ ਆਪਣਾ ਸੰਦੇਸ਼ ਭੇਜਿਆ ਹੈ। ਹਿੰਮਤ ਸਿੰਘ ਕੈਲੀਫੋਰਨੀਆ। ਸੋ ਮਨਿੰਦਰ ਸਿੰਘ ਮੰਗਠ ਜੀ ਕੈਲਗਰੀ ਰਹਿੰਦੇ ਨੇ, ਅਤੇ ਉਹ ਵੀ ਸਾਡੇ ਪ੍ਰੋਗਰਾਮ ਨੂੰ ਸ਼ੇਅਰ ਵੀ ਕਰਦੇ ਨੇ, ਸਾਨੂੰ ਹੌਸਲਾ ਅਫਜ਼ਾਈ ਵੀ ਕਰਦੇ ਨੇ, ਤਾਂ ਉਹਨਾਂ ਦਾ ਵੀ ਧੰਨਵਾਦ। ਸੋ ਰਾਜਵਿੰਦਰ ਸਮਰਾਲਾ, ਅਤੇ ਬਹੁਤ ਹੀ ਅੱਛੇ ਅਦਾਕਾਰ ਨੇ, ਤੁਸੀਂ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਇਹਨਾਂ ਨੂੰ ਵੇਖਿਆ ਹੋਣਾ, ਅਤੇ ਬਹੁਤ ਹੀ ਵਧੀਆ ਇਨਸਾਨ ਨੇ। ਸੋ ਉਹ ਵੀ ਸਾਨੂੰ ਸੰਦੇਸ਼ ਭੇਜਦੇ ਨੇ। ਤਾਂ ਇਸ ਤਰ੍ਹਾਂ ਰਾਣੀ ਧਾਲੀਵਾਲ ਜੀ, ਅਤੇ ਇਹ ਵੀ ਸਾਨੂੰ ਸੰਦੇਸ਼ ਭੇਜਦੇ ਨੇ। ਸੋ ਦੋਸਤੋ, ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ, ਸਬਸਕ੍ਰਾਈਬ ਕਰੋ, ਜਿੰਨਾ ਵੀ ਹੋ ਸਕਦਾ ਆਪਣੇ ਦੋਸਤਾਂ ਨੂੰ ਦੱਸੋ, ਕਿਉਂਕਿ ਅਸੀਂ ਤਾਂ ਹੀ ਜਿਹੜਾ ਹੈ ਲੋਕਾਂ ਦੀ ਗੱਲ, ਚੰਗੀ ਗੱਲ ਅੱਗੇ ਲੈ ਕੇ ਜਾ ਸਕਦੇ ਹਾਂ। ਸੋ ਭਾਰਤ ਦੇ ਵਿੱਚ ਦੋਸਤੋ, ਜੋ ਸਾਡਾ ਇੱਧਰਲਾ ਮੀਡੀਆ ਹੈ, CNN ਹੈ, ਗਲੋਬਲ ਹੈ, ਜਾਂ ਹੋਰ ਜਿਹੜੇ ਅੰਤਰਰਾਸ਼ਟਰੀ ਮੀਡੀਆ ਹੈ, ਤਾਂ ਉਹ ਭਾਰਤ ਨੂੰ ਇਸ ਮਾਹੌਲ ਦੇ ਵਿੱਚ ਉੱਥੋਂ ਦੀ ਜਿਹੜੀ ਮੰਦੀ ਹਾਲਤ ਹੈ, ਜਾਂ ਕਹਿ ਲਓ ਜਿਹੜੇ ਹਸਪਤਾਲਾਂ ਦਾ ਹਾਲ ਹੈ, ਤਾਂ ਉਹ ਵੀ ਦਿਖਾਉਂਦੇ ਰਹਿੰਦੇ ਨੇ। ਭਾਰਤ ਭਾਵੇਂ ਸੋਚਦਾ ਹੈ ਕਿ ਉਸ ਦੀ ਬਦਨਾਮੀ ਹੋ ਰਹੀ ਹੈ, ਅਤੇ ਉਹ ਚੀਜ਼ਾਂ ਨੂੰ ਜਾਂ ਤੱਥਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦਾ ਹੈ, ਅਤੇ ਭਾਵੇਂ ਜਿਹੜੀਆਂ ਮੌਤ ਦਰ ਹੈ ਉਹ ਵੀ ਸਹੀ ਤਰੀਕੇ ਨਾਲ ਸਾਹਮਣੇ ਨਹੀਂ ਆ ਰਹੀ, ਲੇਕਿਨ ਜਿਹੜੀ ਚੀਜ਼ ਨੇ ਸਾਰੀ ਦੁਨੀਆ ਨੂੰ ਝੰਜੋੜ ਕੇ ਰੱਖਿਆ ਉਹ ਇਹ ਹੈਗਾ ਕਿ ਦਰਿਆਵਾਂ ਦੇ ਵਿੱਚ ਲਾਸ਼ਾਂ ਬਹਾਈਆਂ ਜਾ ਰਹੀਆਂ ਨੇ। ਗੰਗਾ ਵਰਗਾ ਜਿਹੜਾ ਦਰਿਆ ਹੈ ਉਸ ਦੇ ਵਿੱਚ ਪਤਾ ਨਹੀਂ ਕਿੰਨੀਆਂ ਕੁ ਲਾਸ਼ਾਂ ਬਹਾਈਆਂ ਜਾ ਰਹੀਆਂ ਨੇ, ਅਤੇ ਜਾਂ ਜਿਹੜੇ ਦਰਿਆਵਾਂ ਦੇ ਤੱਟ ਨੇ ਉਹਨਾਂ ਦੇ ਵਿੱਚ ਲਾਸ਼ਾਂ ਨੂੰ ਰੇਤੇ ਦੇ ਵਿੱਚ ਦੱਬਿਆ ਗਿਆ ਹੈ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਹੈ ਕਿ ਲੋਕਾਂ ਕੋਲ ਸੰਸਕਾਰ ਕਰਨ ਦੇ ਲਈ, ਲੱਕੜੀ ਖਰੀਦਣ ਦੇ ਲਈ ਪੈਸੇ ਨਹੀਂ ਹਨ। ਅਤੇ ਉਹ ਮਤਲਬ ਕਿਸ ਤਰ੍ਹਾਂ ਦਾ ਸਮਾਂ ਆ ਗਿਆ ਹੈ ਕਿ ਇੱਕ ਇਨਸਾਨ ਜੋ ਆਪਣੇ ਘਰ ਲਈ ਸਾਰੀ ਉਮਰ ਕੰਮ ਕਰਦਾ ਹੈ, ਤਾਂ ਉਸ ਦੀ ਮਿੱਟੀ ਸਮੇਟਣ ਦਾ ਵੀ ਮਨੁੱਖ ਕੋਲ ਉਹ ਸਾਧਨ ਨਹੀਂ ਹਨ। ਸੋ ਦੋਸਤੋ, ਅਸੀਂ ਤਾਂ ਇਹੋ ਦੁਆ ਕਰਦੇ ਹਾਂ ਕਿ ਪ੍ਰਕੋਪ ਹੈ ਜਿਹੜਾ ਜਲਦੀ ਠੀਕ ਹੋਵੇ, ਅਤੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਇਸ ਤਰ੍ਹਾਂ ਦੇ ਜਿਹੜੇ ਬੇਸਹਾਰਾ ਲੋਕ ਨੇ ਉਹਨਾਂ ਨੂੰ ਕੋਈ ਨਾ ਕੋਈ ਵਿੱਤੀ ਮਦਦ ਦੇਵੇ, ਜਾਂ ਉਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਹੌਸਲਾ ਦੇਵੇ ਕਿ ਤੁਹਾਡੇ ਜਿਹੜੇ ਪਿਆਰੇ ਨੇ, ਸਤਿਕਾਰੇ ਨੇ, ਜਿਹੜੇ ਇਸ ਦੁਨੀਆ ਤੋਂ ਚਲੇ ਗਏ, ਤੁਸੀਂ ਉਹਨਾਂ ਦੀ ਮਿੱਟੀ ਇਸ ਤਰ੍ਹਾਂ ਨਾ ਰੋਲੋ, ਅਤੇ ਉਹਨਾਂ ਦੇ ਸੰਸਕਾਰਾਂ ਦਾ ਪ੍ਰਬੰਧ ਹੈ ਜਿਹੜਾ ਉਹ ਕੀਤਾ ਜਾਵੇ, ਤਾਂ ਉਹਨਾਂ ਲੋਕਾਂ ਨੂੰ ਕੋਈ ਫਾਈਨੈਂਸ਼ੀਅਲ, ਕੋਈ ਆਰਥਿਕ ਮਦਦ ਦਿੱਤੀ ਜਾਵੇ। ਸੋ ਇਹ ਚਾਹੁੰਦੇ ਹਾਂ ਤਾਂ ਕਿ ਜਿਹੜਾ ਦੁਨੀਆ ਭਰ ਦਾ ਮੀਡੀਆ ਹੈ ਉਸ ਦੇ ਵਿੱਚ ਵੀ ਜਿਹੜੀ ਹੈ ਉਹ ਕੋਈ ਚੰਗੀਆਂ ਖਬਰਾਂ ਨੇ ਜਿਹੜੀਆਂ ਆਉਣ। ਨਹੀਂ, ਅਸੀਂ ਤਾਂ ਲੋਕ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਹਾਂ ਉਹ ਟੈਲੀਵਿਜ਼ਨਾਂ ਦੇ ਆਧਾਰ 'ਤੇ ਹੀ ਖਬਰਾਂ ਸੁਣਦੇ ਹਾਂ, ਅਤੇ ਜਦੋਂ ਵਤਨ ਵੱਲੋਂ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਨੇ ਤਾਂ ਫਿਰ ਜਿਹੜਾ ਤੁਹਾਡਾ ਮਨ ਹੈ ਉਹ ਪਸੀਜਿਆ ਜਾਂਦਾ ਹੈ। ਤਾਂ ਹੁਣ ਵਿਗਿਆਨ ਦੀ ਖਬਰ ਵੀ ਦੇ ਦਈਏ ਤੁਹਾਨੂੰ। ਸੋ ਦੋਸਤੋ, ਜਿਹੜਾ ਬ੍ਰਹਿਮੰਡ ਹੈ, ਅਤੇ ਜਾਂ ਜਿਹੜਾ ਕਹਿ ਲਓ ਪੁਲਾੜ ਦੇ ਵਿੱਚ ਜਿਹੜੀ ਇੱਕ ਦੌੜ ਲੱਗੀ ਹੋਈ ਸੀ, ਪਹਿਲਾਂ ਇਹ ਦੌੜ ਸੀਗੀ ਰੂਸ ਅਤੇ ਅਮਰੀਕਾ ਦੇ ਵਿਚਾਲੇ, ਅਤੇ ਰੂਸ ਇੱਕ ਚੀਜ਼ ਪੁਲਾੜ 'ਚ ਭੇਜਦਾ ਸੀ, ਅਤੇ ਉਸੇ ਵਕਤ ਅਫਰੀਕਾ ਭੇਜ ਦਿੰਦਾ ਸੀ, ਅਮਰੀਕਾ ਭੇਜਦਾ ਸੀ, ਰੂਸ ਭੇਜ ਦਿੰਦਾ ਸੀ। ਸੋ ਭਾਵੇਂ ਉਹ ਚੰਦਰਮਾ 'ਤੇ ਜਾਣ ਦੀ ਗੱਲ ਹੋਵੇ, ਭਾਵੇਂ ਕਿਤੇ ਵੀ ਹੋਵੇ, ਲੇਕਿਨ ਫਿਰ ਦੁਨੀਆ ਇੱਕ ਧਿਰੀ ਬਣ ਗਈ, ਅਤੇ ਜਿਹੜੀਆਂ ਦੋ ਸੁਪਰ ਪਾਵਰਾਂ ਸੀ ਉਹਨਾਂ ਦੇ ਵਿੱਚੋਂ ਇੱਕ ਖਤਮ ਹੋ ਗਈ, ਜਾਂ ਉਹ ਥੱਲੇ ਚਲੀ ਗਈ, ਅਤੇ ਇਕੱਲਾ ਅਮਰੀਕਾ ਰਹਿ ਗਿਆ। ਲੇਕਿਨ ਹੁਣ ਪਿਛਲੇ ਦਿਨਾਂ ਦੇ ਵਿੱਚ ਵੇਖਣ ਨੂੰ ਆਇਆ ਹੈ ਕਿ ਜਿਹੜਾ ਚੀਨ ਹੈ ਇੱਕ ਬਹੁਤ ਵੱਡੀ ਪਾਵਰ, ਇੱਕ ਬਹੁਤ ਵੱਡੀ ਤਾਕਤ ਬਣ ਕੇ ਉੱਭਰ ਰਿਹਾ ਹੈ। ਸੋ ਮੈਂ ਤੁਹਾਨੂੰ ਦੱਸਿਆ ਸੀ ਕਿ ਚੀਨ ਨੇ ਆਪਣਾ ਮੋਡਿਊਲ ਜਾਂ ਕਹਿ ਲਓ ਕਿ ਢਾਂਚਾ ਕਹਿ ਲਓ ਸਪੇਸ ਸਟੇਸ਼ਨ ਦਾ, ਉਹ ਭੇਜ ਦਿੱਤਾ ਸੀ ਉੱਪਰ ਖਲਾਅ 'ਚ। ਉਹ ਜਿਹੜਾ ਹੈਗਾ ਪਿਛਲੇ ਦਿਨੀ 2-3 ਦਿਨ ਪਹਿਲਾਂ ਦੀ ਗੱਲ ਹੈ, ਉਹ ਗ੍ਰਹਿ ਪੰਧ ਵਿੱਚ ਪੈ ਗਿਆ। ਲੇਕਿਨ ਹੁਣ ਉਸਨੇ ਇੱਕ ਹੋਰ ਪ੍ਰਾਪਤੀ ਕੀਤੀ ਹੈ ਕਿ ਮੰਗਲ ਗ੍ਰਹਿ ਉੱਪਰ ਹੁਣ ਤੱਕ ਸਿਰਫ ਅਮਰੀਕਾ ਦਾ ਰੋਵਰ ਸੀ, ਤੇ ਆਪਾਂ ਪਿੱਛੇ ਵਾਰ ਖਬਰ ਵੀ ਦਿੱਤੀ ਸੀ ਕਿ ਉਹਦੇ ਰੋਵਰ ਦੇ ਨਾਲ ਇੱਕ ਹੈਲੀਕਾਪਟਰ ਸੈੱਟ ਹੈ, ਜਾਂ ਕਹਿ ਲਓ ਕੋਈ ਡਰੋਨ ਸੈੱਟ ਹੈ, ਤੋਂ ਜਿਹੜਾ ਸਾਰਾ ਆਲੇ ਦੁਆਲੇ ਜਿਹੜਾ ਹੈਗਾ ਉਹ ਘੁੰਮ ਕੇ ਦੇਖਦਾ ਦੂਰ ਤੱਕ, ਅਤੇ ਉੱਥੋਂ ਦੀਆਂ ਜਿਹੜੀਆਂ ਖਬਰਾਂ ਨੇ
ਰਿਪੋਰਟਾਂ ਨੇ ਉਹ ਥੱਲੇ ਨੂੰ ਭੇਜਦਾ ਹੈ। ਸੋ ਹੁਣ ਚੀਨ ਨੇ ਵੀ ਆਪਣਾ ਰੋਵਰ ਹੈ ਜਿਹੜਾ ਉਹ ਮੰਗਲ ਗ੍ਰਹਿ ਤੇ ਉਤਾਰ ਦਿੱਤਾ ਹੈ। ਇਹਦਾ ਮਤਲਬ ਹੈ ਕਿ ਉਹ ਉਹਦੇ ਬਰਾਬਰ ਅੜ ਕੇ ਕੰਮ ਕਰ ਰਿਹਾ ਹੈ। ਤੋ ਉਹ ਇਹ ਹੁਣ ਇਹ ਵੀ ਹੋ ਸਕਦਾ ਹੈ ਕਿ ਦੁਨੀਆ ਜਿਹੜੀ ਮੁੜ ਕੇ ਫਿਰ ਤੋਂ ਦੋ ਧਿਰੀ ਹੋ ਜਾਵੇ, ਫਿਰ ਦੋ ਜਿਹੜੀਆਂ ਤਾਕਤਾਂ ਨੇ ਉਹ ਹਰ ਖੇਤਰ ਵਿੱਚ ਆਪਸ ਦੇ ਵਿੱਚ ਟਕਰਾਉਣ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਚੀਨ ਹੈ ਉਹ ਬੜੀ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ, ਏਸ਼ੀਆ ਦੀ ਘੇਰਾਬੰਦੀ ਕਰ ਰਿਹਾ ਹੈ। ਏਸ਼ੀਆ ਦੇ ਵਿੱਚ ਆਪਣੀ ਜਿਹੜੀ ਉਹ ਇੰਨੀ ਫਾਈਨਾਂਸ ਜਿਹੜਾ ਹੈ ਉਹਦੀ ਵਿੱਤੀ ਜਿਹੜੀ ਸਹਾਇਤਾ ਹੈ ਉਹ ਇੰਨੀ ਜ਼ਿਆਦਾ ਹੋ ਗਈ ਹੈ ਕਿ ਮੁਲਕ ਨੇ ਜਿਹੜੇ ਉਹ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਉਹਦੇ ਤੇ ਨਿਰਭਰ ਕਰਨ ਲੱਗ ਪਏ ਹਨ। ਪੰਜਾਬ ਦੇ ਵਿੱਚ ਹਾਲਾਤ ਨੇ ਜਿਹੜੇ ਕੋਵਿਡ ਦੇ ਉਹ ਕਾਫੀ ਖਰਾਬ ਨੇ ਤੇ ਮੌਤਾਂ ਦੀ ਗਿਣਤੀ ਹੈ ਜਿਹੜੀ ਕਈ ਤਾਂ ਲੋਕ ਇਹ ਵੀ ਦੱਸ ਰਹੇ ਨੇ ਕਿ ਉਹ ਇਸ ਵਕਤ ਭਾਰਤ ਦੇ ਸਾਰੇ ਸੂਬਿਆਂ ਤੋਂ ਵੱਧ ਮੌਤਾਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਹੋ ਰਹੀਆਂ ਨੇ। ਤੇ ਮੈਂ ਇੱਕ ਵਾਰ ਫੇਰ ਕਹੂੰਗਾ ਕਿ ਜਿਹੜੇ ਅੰਕੜੇ ਨੇ ਜਾਂ ਕੋਵਿਡ ਦੇ ਮਰੀਜ਼ਾਂ ਦੀ ਜਿਹੜੀ ਸਹੀ ਜਾਣਕਾਰੀ ਉਹ ਸਾਹਮਣੇ ਨਹੀਂ ਆ ਰਹੀ, ਕਿਉਂਕਿ ਲੋਕ ਡਾਕਟਰਾਂ ਦੇ ਪਾਸ ਨਹੀਂ ਜਾ ਰਹੇ, ਲੋਕ ਹਸਪਤਾਲਾਂ ਦੇ ਵਿੱਚ ਜਾਣ ਤੋਂ ਡਰ ਰਹੇ ਨੇ, ਲੋਕ ਇੰਨਾ ਖਰਚਾ ਨਹੀਂ ਕਰ ਰਹੇ। ਲੇਕਿਨ ਜਿਹੜੀਆਂ ਮੌਤਾਂ ਨੇ ਜਿਹੜੀਆਂ ਰਜਿਸਟਰ ਹੋ ਜਾਂਦੀਆਂ ਨੇ ਉਹਦਾ ਪਤਾ ਲੱਗ ਜਾਂਦਾ ਤੇ ਜਿਹੜੀਆਂ ਨਹੀਂ ਹੁੰਦੀਆਂ ਉਹਨਾਂ ਦਾ ਨਹੀਂ ਪਤਾ ਲੱਗਦਾ। ਜਦੋਂ ਕਿ ਪੰਜਾਬ ਦੇ ਵਿੱਚ ਇੰਨੇ ਬੁਰੇ ਹਾਲਾਤ ਨੇ, ਪੰਜਾਬ ਦੀ ਜਿਹੜੀ ਸੱਤਾਧਾਰੀ ਪਾਰਟੀ ਹੈ ਕਾਂਗਰਸ, ਉਹ ਆਪਣੇ ਕਾਟੋ ਕਲੇਸ਼ ਦੇ ਵਿੱਚ ਉਲਝੀ ਹੋ ਰਹੀ ਹੈ। ਮੀਟਿੰਗਾਂ ਤੇ ਮੀਟਿੰਗਾਂ ਹੋ ਰਹੀਆਂ ਨੇ, ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਹੋ ਰਹੀ ਹੈ। ਸੋ ਦੋਸਤੋ, ਇਹੋ ਜਿਹੇ ਹਾਲਾਤਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਪਾਰਟੀਆਂ ਆਪਣੇ ਕਲੇਸ਼ਾਂ ਦੇ ਵਿੱਚ ਉਲਝੀਆਂ ਰਹਿੰਦੀਆਂ ਨੇ, ਜਦੋਂ ਕਿ ਲੋਕ ਨੇ ਜਿਹੜੇ ਉਹ ਮਰ ਰਹੇ ਨੇ। ਸਰਕਾਰ ਨੂੰ ਚਾਹੀਦਾ, ਸਿਆਸੀ ਲੀਡਰਾਂ ਨੂੰ ਚਾਹੀਦਾ ਕਿ ਉਹ ਬੰਦੇ ਬਣਨ ਤੇ ਇਸ ਤਰ੍ਹਾਂ ਦੇ ਜਿਹੜੇ ਰੋਲ ਨੇ ਉਹ ਨਾ ਅਦਾ ਕਰਨ ਤੇ ਆਪਣੇ ਲੋਕ ਜਿਨ੍ਹਾਂ ਨੇ ਉਹਨੂੰ ਜਿਤਾ ਕੇ ਭੇਜਿਆ ਹੈ ਤੇ ਉਹਨਾਂ ਦੀ ਸਹਾਇਤਾ ਲਈ ਸਟੈਂਡ ਲੈਣ। ਸੋ ਇਹ ਜਿਹੜੀ ਪੋਲੀਟਿਕਸ ਹੈ ਇਹ ਕੁਝ ਟਾਈਮ ਲਈ ਇਹਦੇ ਤੋਂ ਪਾਸੇ ਹਟ ਜਾਣ ਤੇ ਆਪਣੇ ਲੋਕਾਂ ਦੇ ਵਿੱਚ ਜਾ ਕੇ ਕੰਮ ਕਰਨ ਤੇ ਲੋਕਾਂ ਨੂੰ ਹੌਸਲਾ ਦੇਣ, ਤੇ ਤਾਂ ਕਿ ਜਿਹੜੇ ਅਸੀਂ ਬਾਹਰ ਬੈਠੇ ਲੋਕ ਹਾਂ ਜਿਨ੍ਹਾਂ ਦੇ ਰਿਸ਼ਤੇਦਾਰ ਸਕੇ ਸੰਬੰਧੀ ਉੱਥੇ ਇਸ ਬਿਮਾਰੀ ਨਾਲ, ਇਸ ਕੋਵਿਡ ਨਾਲ ਮਰ ਰਹੇ ਨੇ, ਜਿਨ੍ਹਾਂ ਨੂੰ ਹਸਪਤਾਲਾਂ ਦੇ ਵਿੱਚ ਬੈੱਡ ਨਹੀਂ ਮਿਲ ਰਹੇ, ਜਿਨ੍ਹਾਂ ਨੂੰ ਸਹਾਇਤਾ ਨਹੀਂ ਮਿਲ ਰਹੀ, ਤੇ ਸਾਨੂੰ ਵੀ ਇੱਥੇ ਬੈਠਿਆਂ ਨੂੰ ਕੋਈ ਠੰਡੀ ਹਵਾ ਆ ਸਕੇ। ਅਸੀਂ ਤਾਂ ਹੁਣ ਉੱਥੇ ਜਾ ਵੀ ਨਹੀਂ ਸਕਦੇ ਕਿਉਂਕਿ ਉਡਾਣਾ ਵੀ ਬੰਦ ਨੇ ਤੇ ਕਿਸੇ ਕਿਸਮ ਦੀ ਮਦਦ ਵੀ ਨਹੀਂ ਕਰ ਸਕਦੇ। ਸੋ ਪਿਛਲੇ ਦਿਨੀ ਦੋਸਤੋ ਸਾਡੇ ਕਈ ਸਾਹਿਤਕਾਰ ਲੇਖਕ ਸਾਡੇ ਤੋਂ ਵਿਛੜ ਗਏ, ਉਹਨਾਂ ਨੂੰ ਸ਼ਰਧਾਂਜਲੀ ਪੇਸ਼ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ। ਜਿਵੇਂ ਮਹਿੰਦਰ ਸਿੰਘ ਸਾਥੀ ਜੀ, ਮਸ਼ਾਲਾਂ ਬਾਲ ਕੇ ਰੱਖਣਾ, ਤੇ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਦਾ ਕਿਆ ਬਾਤ ਹੈ, ਕਿਆ ਕਮਾਲ ਦੀ ਰਚਨਾ ਸੀ, ਤੇ ਉਹ ਵੀ ਵਿਛੜ ਗਏ। ਨਰਿੰਜਨ ਸਿੰਘ ਸਾਥੀ ਸਾਹਿਬ, ਜਿਨ੍ਹਾਂ ਨੂੰ ਅਕਸਰ ਅਸੀਂ ਲਿਖਾਰੀ ਸਭਾ ਰਾਮਪੁਰ ਦੀ ਮੀਟਿੰਗ ਦੇ ਵਿੱਚ ਮਿਲਿਆ ਕਰਦੇ ਸੀ ਜਦੋਂ ਮੈਂ ਅਜੇ ਇੰਡੀਆ ਹੀ ਸੀਗਾ, ਤੇ ਬੜੇ ਅੱਛੇ ਵਿਦਵਾਨ ਸੀ, ਉਹ ਵੀ ਚਲੇ ਗਏ। ਇਸੇ ਤਰ੍ਹਾਂ ਜਰਨੈਲ ਸਿੰਘ ਸੀ ਦਿੱਲੀ ਵਾਲੇ, ਜਿਹੜੇ ਬਾਅਦ 'ਚ ਆਮ ਆਦਮੀ ਪਾਰਟੀ 'ਚ ਵੀ ਆ ਗਏ ਸੀ, ਜਿਹੜੇ ਜੁੱਤੀ ਸਿੱਟਣ ਕਰਕੇ ਕਾਫੀ ਮਸ਼ਹੂਰ ਹੋਏ ਸੀ, ਉਹ ਵੀ ਵਿਛੜ ਗਏ। ਤੇ ਹੋਰ ਦੋਸਤੋ ਕਿੰਨੇ ਹੀ ਬੰਦੇ ਨੇ, ਸਾਹਿਤਕਾਰ ਨੇ ਜਾਂ ਜਾਣ ਪਛਾਣ ਵਾਲੇ ਲੋਕ ਨੇ। ਜਿਉਂ ਹੀ ਕੋਈ ਆਪਾਂ ਸੋਸ਼ਲ ਮੀਡੀਆ ਖੋਲ੍ਹਦੇ ਹਾਂ ਤਾਂ ਕੋਈ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਨੇ ਉਹ ਪੜ੍ਹਨ ਨੂੰ ਮਿਲਦੀਆਂ ਨੇ ਤਾਂ ਜੋ ਤੁਹਾਨੂੰ ਹਿਲਾ ਕੇ ਰੱਖ ਜਾਂਦੀਆਂ ਨੇ। ਸੋ ਦੋਸਤੋ, ਅੰਤ ਤੇ ਮੈਂ ਤੁਹਾਨੂੰ ਆਪਣੇ ਵਿਚਾਰ ਦਊਂਗਾ ਕਿ ਦੋਸਤੋ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਆ ਜਾਂਦੇ ਹਾਂ, ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਅਸੀਂ ਇੱਥੋਂ ਦੀ ਨਾਗਰਿਕਤਾ ਵੀ ਲੈ ਲੈਂਦੇ ਹਾਂ, ਸਾਡਾ ਪਾਸਪੋਰਟ ਵੀ ਬਦਲ ਜਾਂਦਾ ਹੈ, ਸਾਡੇ ਕੱਪੜੇ ਪਾਉਣ ਦਾ ਤਰੀਕਾ ਵੀ ਬਦਲ ਜਾਂਦਾ ਹੈ, ਲੇਕਿਨ ਸਾਡੀ ਮਾਨਸਿਕਤਾ ਨਹੀਂ ਬਦਲਦੀ। ਅਸੀਂ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਨਾ ਤਾਂ ਆਪਣਾ ਖਾਣ ਪੀਣ ਬਦਲਿਆ, ਨਾ ਅਸੀਂ ਆਪਣੇ ਰਹਿਣ ਸਹਿਣ ਦੇ ਢੰਗ ਬਦਲੇ ਨੇ। ਉਹੀ ਦਿਖਾਵੇ, ਉਹੀ ਗੱਲਾਂ ਤੇ ਉਹੀ ਛੋਟੀ ਮਾਨਸਿਕਤਾ, ਉਹੀ ਊਚ ਨੀਚ, ਉਹੀ ਵਿਤਕਰਾ, ਉਹੀ ਚੁਗਲੀਆਂ, ਉਹੀ ਦੂਸਰੇ ਦੀ ਲਾਈਫ ਦੇ ਵਿੱਚ ਦਖਲ ਦੇਣਾ, ਉਹੀ ਆਪਣੇ ਆਪ ਨੂੰ ਠੀਕ ਦਰਸਾਉਣਾ ਤੇ ਦੂਜੇ ਨੂੰ ਗਲਤ ਕਹਿਣਾ, ਤੇ ਉਹੀ ਸਾਡੀਆਂ ਜਿਹੜੀਆਂ ਨਿੱਕੀ ਨਿੱਕੀਆਂ ਈਗੋ, ਹੰਕਾਰ, ਦਿਖਾਵੇ, ਝੂਠ, ਚੁਗਲੀਆਂ। ਤੇ ਦੋਸਤੋ ਇਹ ਮੁਲਕ ਬੜੇ ਖੂਬਸੂਰਤ ਮੁਲਕ ਨੇ। ਅਸੀਂ ਕਿਰਪਾ ਕਰਕੇ ਇਹਨਾਂ ਨੂੰ, ਜਿਹੜੇ ਮੁਲਕ ਅਸੀਂ ਛੱਡ ਕੇ ਆਏ ਹਾਂ, ਉਹੋ ਜਿਹਾ ਬਣਾਉਣ ਦੀ ਕੋਸ਼ਿਸ਼ ਨਾ ਕਰੀਏ। ਭਾਵੇਂ ਸਿਆਸਤ ਹੈ, ਭਾਵੇਂ ਸਾਡਾ ਸਮਾਜਿਕ ਜੀਵਨ ਹੈ। ਤੇ ਅਸੀਂ ਕੀ ਕਰਦੇ ਹਾਂ ਕਿ ਅਸੀਂ ਚਾਹੁੰਦੇ ਹਾਂ ਵੀ ਅਸੀਂ ਕੈਨੇਡਾ ਨੂੰ ਪੰਜਾਬ ਬਣਾ ਲਈਏ। ਭਾਈ ਜੇ ਤੁਸੀਂ ਕੈਨੇਡਾ ਨੂੰ ਫਿਰ ਪੰਜਾਬ ਬਣਾਉਣਾ ਸੀ, ਫਿਰ ਪੰਜਾਬ ਦੇ ਵਿੱਚ ਹੀ ਰਹਿੰਦੇ ਤੇ ਉਸ ਨੂੰ ਚੰਗਾ ਬਣਾ ਲੈਂਦੇ, ਉਸ ਨੂੰ ਕੈਨੇਡਾ ਵਰਗਾ ਬਣਾ ਲੈਂਦੇ। ਸੋ ਜੇ ਕੈਨੇਡਾ ਇੱਕ ਖੂਬਸੂਰਤ ਮੁਲਕ ਹੈ, ਜੇ ਇੱਥੇ ਰਿਸ਼ਵਤ ਨਹੀਂ, ਜੇ ਇੱਥੇ ਭਾਈ ਭਤੀਜਾਵਾਦ ਨਹੀਂ, ਜੇ ਇੱਥੇ ਜਾਤ ਪਾਤ ਨਹੀਂ, ਜੇ ਇੱਥੇ ਸਭ ਨੂੰ ਬਰਾਬਰ ਦੇ ਹੱਕ ਨੇ, ਜੇ ਇੱਥੇ ਔਰਤ ਦਾ ਸਤਿਕਾਰ ਹੈ, ਜੇ ਇੱਥੇ ਬੱਚਿਆਂ ਨੂੰ, ਬਜ਼ੁਰਗਾਂ ਨੂੰ ਤੇ ਪੂਰੇ ਉਹਨਾਂ ਦੇ ਹੱਕ, ਉਹਨਾਂ ਦਾ ਸਨਮਾਨ ਮਿਲ ਰਿਹਾ, ਤਾਂ ਫਿਰ ਕਿਉਂ ਅਸੀਂ ਇਸ ਸਮਾਜ ਨੂੰ ਗੰਦ ਲਾ ਕੇ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਭਾਵੇਂ ਤੁਸੀਂ ਡਰਾਈਵਿੰਗ ਦਾ ਖੇਤਰ ਦੇਖ ਲਓ, ਸੋ ਕਿਸ ਤਰ੍ਹਾਂ ਅਸੀਂ ਅਸੂਲਾਂ ਨੂੰ ਛਿੱਕੇ ਤੇ ਟੰਗ ਦਿੰਦੇ ਹਾਂ। ਭਾਵੇਂ ਸਾਡੀਆਂ ਬਿਮਾਰੀਆਂ ਦੇਖ ਲਓ
ਕਿ ਸਾਡੀਆਂ ਬਿਮਾਰੀਆਂ ਸਾਡੇ ਖਾਣੇ ਨਾਲ ਜੁੜੀਆਂ ਹੋਈਆਂ ਨੇ, ਸਾਡੇ ਰਹਿਣ ਸਹਿਣ ਨਾਲ ਜੁੜੀਆਂ ਹੋਈਆਂ ਨੇ। ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਇਹ ਸਿੱਧ ਕਰਦੀਆਂ ਨੇ ਕਿ ਕਿਸੇ ਬੰਦੇ ਦੇ ਮੁਲਕ ਬਦਲਣ ਨਾਲ ਤੇ ਉਹ ਬੰਦਾ ਨਹੀਂ ਬਦਲ ਜਾਂਦਾ ਜਿੰਨਾ ਚਿਰ ਉਹ ਬੰਦਾ ਆਪਣੇ ਅੰਦਰੋਂ ਨਹੀਂ ਬਦਲਦਾ। ਸੋ ਸਾਨੂੰ ਲੋੜ ਹੈ ਆਪਣੇ ਆਪ ਨੂੰ ਬਦਲਣ ਦੀ, ਚੰਗੀਆਂ ਗੱਲਾਂ ਨੂੰ ਅਪਣਾਉਣ ਦੀ। ਮੈਂ ਨਹੀਂ ਕਹਿੰਦਾ ਕਿ ਪੱਛਮ ਦਾ ਸਾਰਾ ਕੁਝ ਅਪਣਾ ਲਓ, ਲੇਕਿਨ ਜਿਹੜੀਆਂ ਚੰਗੀਆਂ ਗੱਲਾਂ ਨੇ ਉਸ ਨੂੰ ਜ਼ਰੂਰ ਅਪਣਾਓ। ਸੋ ਉਮੀਦ ਕਰਦਾ ਹਾਂ ਦੋਸਤੋ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਸੋ ਮੇਜਰ ਮੰਗਟ ਨੂੰ ਇੱਥੇ ਹੀ ਆਗਿਆ ਦਿਓ। ਸੋ ਇਸ ਪ੍ਰੋਗਰਾਮ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਆਪਣੇ ਦੋਸਤਾਂ ਮਿੱਤਰਾਂ ਤੱਕ ਪਹੁੰਚਾਓ। ਸੋ ਚੰਗਾ ਫਿਰ ਦੋਸਤੋ, ਇੱਥੇ ਹੀ ਦਿਓ ਆਗਿਆ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ।